हेलो स्टूडेंट्स एटॉमिक स्ट्रक्चर चैप्टर ਦੇ ਵਿੱਚ ਜਿਹੜਾ ਟੌਪਿਕ ਅੱਜ ਆਪਾਂ ਕਰਨਾ ਹੈ that is particle nature of electromagnetic radiation electromagnetic radiation ਦੇ wave character ਬਾਰੇ ਆਪਾਂ already ਕਾਫੀ ਕੁਝ ਜਾਣਦੇ ਹਾਂ ਕਿ electromagnetic radiations ਜਿਹੜੀਆਂ ਉਹ ਤਰੰਗਾਂ ਦੀ ਤਰ੍ਹਾਂ waves ਦੀ ਤਰ੍ਹਾਂ behave ਕਰਦੀਆਂ पर कुछ दो तीन फिनोमिनन ऐसे सी जिन्हां ने इलेक्ट्रोमैग्नेटिक रेडिएशन दे वेव करैक्टर नू चैलेंज किया। पहला जिहड़ा सी फिनोमिनन दैट वाज ब्लैक बॉडी रेडिएशन और दूसरा सी फोटो इलैक्ट्रिक इफेक्ट। सो ब्लैक बॉडी रेडिएशन दे विच सब तो पहला ब्लैक बॉडी की हुंदी है? कोई भी इहो जिहा ऑब्जेक्ट जिन्हों अंदरों ते बाहरों ब्लैक पेंट किया होवे या काले रंग दा होवे जिहड़ा हर तरह की रेडिएशन नू एब्जॉर्ब करे और हर तरह की रेडिएशन नू एमिट करे। ज्यादातर ये स्फेरिकल शेप दा ही मन्निया जाता है, इनू आपां कहने हैं ब्लैक बॉडी। सो ब्लैक बॉडी इज एनी ऑब्जेक्ट sphere coated black inside and has a small hole that can absorb and emit all kinds of radiation is called black body। बेटे absorb ते emit इन्हां दो शब्दां नूं मैं तुहानूं सिंपल भाषा च समझाना चाहनी है कि absorb दा मतलब कि हीट नूं या रेडिएशंस नूं सोक लेना, absorb कर लेना, और emit मतलब हुंदा है रेडिएशंस नूं लिबरेट आउट करना, छोड़ना। ਹੁਣ ਇਹਦੇ ਵਿੱਚ ਤੁਸੀਂ ਇੱਕ ਐਗਜ਼ਾਮਪਲ ਲੈ ਸਕਦੇ ਹੋ, ਜਿਵੇਂ ਤਵਾ ਸੇਕ ਉਹਦੇ ਚੋਂ ਨਿਕਲਦਾ ਹੈ, ਆਪਾਂ ਰੇਡੀਏਸ਼ਨ ਕੁਝ ਦੂਰੀ ਤੇ ਹੱਥ ਰੱਖ ਕੇ ਮਹਿਸੂਸ ਕਰ ਸਕਦੇ ਹਾਂ ਕਿ ਤਵਾ ਗਰਮ ਹੋ ਗਿਆ। ਤਵਾ ਬਲੈਕ ਬॉडी ਨਹੀਂ ਹੈ, ਮੈਂ ਤਾਂ ਤੁਹਾਨੂੰ ਸਿਰਫ ਐਮਿਸ਼ਨ ਸ਼ਬਦ ਦਾ ਮਤਲਬ ਦੱਸ ਰਹੀ ਹਾਂ। ਐਮਿਟ ਹੋਣ ਦਾ ਮਤਲਬ ਕੀ ਹੁੰਦਾ ਹੈ? ਸੋ ਬਲੈਕ ਬॉडी ਦੀ ਜੇ ਆਪਾਂ ਸ਼ੇਪ ਸੋਚੀਏ ਨਾ ਕਿਸ ਤਰ੍ਹਾਂ ਦੀ ਹੋਏਗੀ, ਸਫੈਰਿਕਲ ਹੋਏਗੀ, ਅੰਦਰੋਂ ਦੀ ਕਾਲਾ ਰੰਗ ਕੀਤਾ ਹੋਏਗਾ ਤੇ ਬਹੁਤ ਛੋਟਾ ਜਿਹਾ ਹੋਲ ਹੋਏਗਾ। ਹੁੰਦਾ ਕੀ ਹੈ ਕਿ ਰੇਡੀਏਸ਼ਨ ਇਹਦੇ ਅੰਦਰ ਐਂਟਰ ਕਰ ਜਾਂਦੀ ਹੈ ਤੇ ਇੱਕ ਸਰਫੇਸ ਤੋਂ ਦੂਜੀ ਸਰਫੇਸ ਵੱਲ ਇਸ ਤਰੀਕੇ ਨਾਲ ਅੰਦਰ ਹੀ ਐਬਜ਼ੌਰਬ ਹੋ ਕੇ ਰਹਿ ਜਾਂਦੀ ਹੈ। ਸੋ such a body is known as black body and it will gradually emit all kind of radiations। ਜਿਸ ਤਰ੍ਹਾਂ ਆਪਾਂ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਦੇ ਵਿੱਚ ਪੜ੍ਹਿਆ ਸੀਗਾ ਕਿ ਕਾਫੀ ਤਰ੍ਹਾਂ ਦੀਆਂ ਰੇਡੀਏਸ਼ਨਸ ਹੁੰਦੀਆਂ, ਤਾਂ ਬਲੈਕ ਬॉडी ਜਿਹੜੀ ਹੈ ਉਹ all type ਦੀ ਰੇਡੀਏਸ਼ਨ ਨੂੰ emit out ਕਰਦੀ ਹੈ। रेडिएशंस ਜਿਹੜੀਆਂ emit out ਹੋ ਰਹੀਆਂ ਹੈ ਬਲੈਕ ਬॉडी ਚੋਂ, ਉਹਨਾਂ ਨੂੰ ਕਿਹਾ ਜਾਂਦਾ ਹੈ ਬਲੈਕ ਬॉडी ਰੇਡੀਏਸ਼ਨਸ। ਅੱਛਾ, ਹੁਣ ਸਾਰਿਆਂ ਨੇ ਬੇਟੇ ਇਹ ਤਾਂ ਆਪਣੀ ਲਾਈਫ 'ਚ ਅਬਜ਼ਰਵ ਕੀਤਾ ਹੋਣਾ ਹੈ ਕਿ ਜਦੋਂ ਆਪਾਂ ਕਿਸੇ ਆਬਜੈਕਟ ਨੂੰ ਹੀਟ ਅਪ ਕਰਦੇ ਹਾਂ, ਕਾਫੀ ਜ਼ਿਆਦਾ ਹਾਈ ਟੈਂਪਰੇਚਰ ਤੇ ਕਰਦੇ ਹਾਂ, ਤਾਂ ਉਸ ਆਬਜੈਕਟ ਦਾ ਕਲਰ, ਜਿੱਦਾਂ ਲੋਹੇ ਨੂੰ ਗਰਮ ਕੀਤਾ ਜਾਵੇ ਤਾਂ ਪਹਿਲੇ ਉਹ ਲਾਲ ਸੁਰਖ ਹੋ ਜਾਂਦਾ, ਫਿਰ ਉਹਦਾ ਰੰਗ ਔਰੇਂਜ ਹੋ ਜਾਂਦਾ, ਦੈਨ ਯੈਲੋ ਹੋ ਜਾਂਦਾ and ultimately white or then blue। so ਆਪਾਂ ਇਸ ਚੀਜ਼ ਨੂੰ experimentally understand ਕਰਨਾ ਹੈ। ਸਾਇੰਟਿਸਟ ਨੇ ਇੱਕ ਐਕਸਪੈਰੀਮੈਂਟ ਕੀਤਾ ਜਿੱਥੇ ਉਹਨਾਂ ਨੇ ਇਹ ਦੇਖਿਆ ਕਿ ਇੱਕ ਪਾਰਟਿਕੂਲਰ ਟੈਂਪਰੇਚਰ ਤੇ ਜਿੰਨੀ ਰੇਡੀਏਸ਼ਨ ਐਮਿਟ ਹੋਈ ਹੈ ਉਹਦੀ ਵੇਵਲੈਂਥ ਔਰ ਇੰਟੈਂਸਿਟੀ ਨੂੰ ਜੇ ਪਲਾਟ ਕੀਤਾ ਜਾਂਦਾ ਹੈ ਤਾਂ ਇਹਨਾਂ ਦੋਨਾਂ ਦੇ ਵਿੱਚ ਇੱਕ ਰਿਲੇਸ਼ਨ ਸਾਹਮਣੇ ਆਉਂਦਾ ਹੈ ਕਿ ਜਦੋਂ ਵੇਵਲੈਂਥ ਘਟਦੀ ਹੈ, ਲੈਮਡਾ ਮੈਕਸ ਜਦੋਂ ਘਟਦੀ ਹੈ ਤਾਂ ਇੰਟੈਂਸਿਟੀ ਜਿਹੜੀ ਹੈ ਉਹ ਵੱਧਦੀ ਹੈ। ਕੈਨ ਯੂ ਸੀ ਕਿ ਵੇਵਲੈਂਥ ਜਿਹੜੀ ਹੈ 1000 ਵੱਲ ਨੂੰ ਗਈ ਹੈ 2000 ਤੋਂ ਘਟ ਕੇ, ਔਰ ਜਿਹੜੀ ਇੰਟੈਂਸਿਟੀ ਹੈ ਉਹ ਇੱਥੋਂ ਦੀ ਵੱਧ ਕੇ ਇੱਥੇ ਤੱਕ ਆ ਗਈ ਹੈ। ਸੋ ਵਿਦ ਦ ਡਿਕਰੀਜ਼ ਇਨ ਵੇਵਲੈਂਥ ਇੰਟੈਂਸਿਟੀ ਇਜ਼ ਇਨਕਰੀਜ਼ਡ। ਆਪਾਂ ਇਹਨੂੰ ਇੱਕ ਐਕਸਪੈਰੀਮੈਂਟ ਦੇ ਇੱਕ ਐਨੀਮੇਟਡ ਪਿਕਚਰ ਦੇ ਥਰੂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਬੇਟਾ ਇੱਥੇ ਮੈਂ ਗ੍ਰਾਫ ਔਰ ਐਕਸਪੈਰੀਮੈਂਟ ਦੋਨੋਂ ਇੱਕੋ ਹੀ ਪਲੇਟਫਾਰਮ ਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਜਦੋਂ ਕਿਸੇ ਅਸੀਂ ਆਬਜੈਕਟ ਨੂੰ ਗਰਮ ਕਰ ਰਹੇ ਹਾਂ ਤਾਂ ਨੋਟਿਸ ਕਰੋ ਪਹਿਲਾਂ ਇਹਦਾ ਕਲਰ ਰੈਡ ਹੋਇਆ, ਦੈਨ ਔਰੇਂਜ, ਯੈਲੋ, ਦੈਨ ਬਲੂ। ਹੁਣ ਇਸੇ ਦੇ ਕੋਰਸਪੋਂਡਿੰਗਲੀ ਤੁਸੀਂ ਗ੍ਰਾਫ ਦੇ ਵਿੱਚ ਵੀ ਚੇਂਜ ਅਬਜ਼ਰਵ ਕਰੋਗੇ। ਯੂ ਜਸਟ ਸੀ ਕਿ ਜਿਸ ਤਰ੍ਹਾਂ ਇੰਟੈਂਸਿਟੀ ਵੱਧ ਰਹੀ ਹੈ, ਇਸ ਪੁਆਇੰਟ ਤੋਂ ਇਸ ਪੁਆਇੰਟ ਤੱਕ ਵੇਵਲੈਂਥ ਜਿਹੜੀ ਹੈ ਉਹ ਘਟ ਰਹੀ ਹੈ। ਵੇਵਲੈਂਥ ਆ ਪਿੰਕ ਜਿਹੜੀਆਂ ਦੋ ਲਾਈਨਸ ਹੈ ਇਹ ਵੇਵਲੈਂਥ ਨੂੰ ਸ਼ੋ ਕਰ ਰਹੀਆਂ। ਵੇਵਲੈਂਥ ਜਿਹੜੀ ਹੈ ਇੱਥੋਂ ਦੀ ਘਟ ਕੇ ਇੱਥੇ ਤੱਕ ਆ ਗਈ, ਔਰ ਇੰਟੈਂਸਿਟੀ ਦੇਖੋ ਹੌਲੀ ਹੌਲੀ ਇੰਟੈਂਸਿਟੀ ਵੱਧ ਰਹੀ ਹੈ।
ਸੋ ਇਹ ਚੀਜ਼ ਅਸੀਂ ਧਿਆਨ ਦੇ ਨਾਲ ਅੰਡਰਸਟੈਂਡ ਕਰਨੀ ਹੈ। ਬਲੈਕ ਬੋਡੀ ਰੇਡੀਏਸ਼ਨ ਇਹੀ ਮੇਨ ਚੀਜ਼ ਹੈ। ਮੇਨ ਮਤਲਬ ਇਹ ਹੈ ਕਿ ਜਦੋਂ ਇੰਟੈਂਸਿਟੀ ਵੱਧਦੀ ਹੈ ਤਾਂ ਵੇਵਲੈਂਥ ਜਿਹੜੀ ਹੈ ਲੈਮਡਾ ਮੈਕਸ ਜਿਹੜੀ ਹੈ ਉਹ ਡਿਕਰੀਜ਼ ਕਰਦੀ ਹੈ। ਸੋ ਹਾਈ ਟੈਂਪਰੇਚਰ ਤੇ ਇੰਟੈਂਸਿਟੀ ਫਰਦਰ ਜਿਹੜੀ ਹੈ ਉਹ ਇਨਕਰੀਜ਼ ਸ਼ੋ ਕਰਦੀ ਹੈ ਵਿਦ ਡਿਕਰੀਜ਼ ਇਨ ਵੇਵਲੈਂਥ। ਹੁਣ ਇਹ ਸਾਰੀ ਚੀਜ਼ ਜਿਹੜੀ ਹੈ ਕਲਾਸੀਕਲ ਵੇਵ ਥਿਊਰੀ ਇਸ ਚੀਜ਼ ਨੂੰ ਐਕਸਪਲੇਨ ਨਹੀਂ ਕਰ ਪਾਈ। ਕਲਾਸੀਕਲ ਵੇਵ ਥਿਊਰੀ ਦੇ ਅਕੋਰਡਿੰਗਲੀ ਜਿਹੜੀ ਬਲੈਕ ਬੋਡੀ ਰੇਡੀਏਸ਼ਨ ਹੈ ਉਹਦੀ એનર્ਜੀ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਇੰਟੈਂਸਿਟੀ। ਮਤਲਬ ਜੇ ਇੰਟੈਂਸਿਟੀ ਵਧੀ ਤਾਂ એનર્ਜੀ ਵੀ ਵਧ ਰਹੀ ਹੈ, ਬਟ देयर इज नो ਚੇਂਜ ਇਨ ਵੇਵਲੈਂਥ। ਸੋ ਇਸ ਤਰ੍ਹਾਂ ਤਾਂ ਹੁੰਦਾ ਨਹੀਂ ਹੈ, ਅਸੀਂ ਦੇਖਦੇ ਹਾਂ ਕਿ ਵੇਵਲੈਂਥ ਤਾਂ ਬਦਲਦੀ ਹੈ। ਸੋ ਕਲਾਸੀਕਲ ਵੇਵ ਥਿਊਰੀ ਇਸ ਚੀਜ਼ ਨੂੰ ਐਕਸਪਲੇਨ ਨਹੀਂ ਕਰ ਪਾਈ ਸੀ। ਜਿਹੜੀ ਵੇਵ ਥਿਊਰੀ ਸੀ ਉਹ ਬਲੈਕ ਬੋਡੀ ਰੇਡੀਏਸ਼ਨ ਕਿਉਂ ਹੁੰਦੀ ਹੈ ਉਹ ਸਮਝਾ ਨਹੀਂ ਸੀ ਪਾਈ। ਦੂਸਰਾ ਜਿਹੜਾ ਮੇਜਰ ਫਿਨੋਮੀਨਨ ਵੇਵ ਥਿਊਰੀ ਐਕਸਪਲੇਨ ਨਹੀਂ ਕਰ ਪਾਈ ਸੀ that is ਫੋਟੋ ਇਲੈਕਟ੍ਰਿਕ ਇਫੈਕਟ। ਫੋਟੋ ਇਲੈਕਟ੍ਰਿਕ ਇਫੈਕਟ ਕੀ ਹੁੰਦਾ ਹੈ? The phenomenon of ejection of electron from surface of metal when light of suitable frequency strikes on it is called photoelectric effect। ਜਦੋਂ ਇੱਕ ਸਰਫੇਸ ਦੇ ਉੱਤੇ ਲਾਈਟ ਫਾਲ ਕੀਤੀ ਜਾਂਦੀ ਹੈ ਸੁਟੇਬਲ ਫ੍ਰੀਕੁਐਂਸੀ ਦੀ, ਤਾਂ ਇਸ ਸਰਫੇਸ ਚੋਂ ਮੈਟਲ ਸਰਫੇਸ ਤੋਂ ਇਲੈਕਟ੍ਰੋਨ ਬਾਹਰ ਇਜੈਕਟ ਆਊਟ ਹੁੰਦੇ ਹੈ। ਇਸ ਇਫੈਕਟ ਨੂੰ ਕਿਹਾ ਜਾਂਦਾ ਹੈ ਫੋਟੋ ਇਲੈਕਟ੍ਰਿਕ ਇਫੈਕਟ। ਤੇ ਜੇ ਆਪਾਂ ਕੁਝ ਇਸ ਤਰ੍ਹਾਂ ਦੇ ਸੈਟਅਪ 'ਚ ਦੇਖਦੇ ਹਾਂ ਤਾਂ ਆਪਾਂ ਨੂੰ ਕੀ ਨਜ਼ਰ ਆਏਗਾ ਕਿ ਇੱਥੇ ਆਪਾਂ ਦੋ ਇਲੈਕਟ੍ਰੋਡਸ ਲਿੱਤੇ ਆ ਤੇ ਇੱਥੇ ਆਪਣੇ ਕੋਲੇ ਕੋਈ ਸੋਰਸ ਆਫ ਰੇਡੀਏਸ਼ਨ ਹੈ ਜਿੱਥੋਂ ਦੀ ਲਾਈਟ ਜਿਹੜੀ ਹੈ ਇਸ ਮੈਟਲ ਦੇ ਉੱਪਰ ਗਿਰਾਈ ਜਾਂਦੀ ਹੈ। ਜਦੋਂ ਲਾਈਟ ਸੂਟੇਬਲ ਫ੍ਰੀਕੁਐਂਸੀ ਦੀ ਇਹਦੇ ਉੱਪਰ ਪੈਂਦੀ ਹੈ ਤਾਂ ਉਦੋਂ ਇੱਥੋਂ ਦੀ ਇਲੈਕਟ੍ਰੋਨਸ ਨਿਕਲਦੇ ਆ ਜਿਹੜੇ ਕਿ ਦੂਸਰੇ ਸਾਈਡ ਤੇ ਡਿਟੈਕਟਰ ਵੱਲ ਜਾਂਦੇ ਆ। ਸਰਕਿਟ ਕੰਪਲੀਟ ਹੋ ਜਾਂਦਾ ਹੈ ਤੇ ਇੱਥੇ ਐਮੀਟਰ 'ਚ ਕਰੰਟ ਦੀ ਪ੍ਰੋਡਕਸ਼ਨ ਦਾ ਸਾਈਨ ਆਉਂਦਾ ਹੈ। ਸੋ ਇਸ ਫਿਨੋਮੀਨਨ ਨੂੰ ਕਿਹਾ ਜਾਂਦਾ ਹੈ ਫੋਟੋ ਇਲੈਕਟ੍ਰਿਕ ਇਫੈਕਟ। ਇੱਕ ਐਨੀਮੇਸ਼ਨ ਦੇ ਥਰੂ ਆਪਾਂ ਇਸੇ ਚੀਜ਼ ਨੂੰ ਹੋਰ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਐਨੀਮੇਸ਼ਨ ਦੇ ਵਿੱਚ ਇਹ ਸ਼ੋ ਕੀਤਾ ਗਿਆ ਹੈ ਕਿ ਜਦੋਂ ਇੱਥੋਂ ਦੀ ਸੁਟੇਬਲ ਫ੍ਰੀਕੁਐਂਸੀ ਦੀ ਲਾਈਟ ਇਸ ਸੋਰਸ ਤੋਂ ਮੈਟਲ ਪੀਸ ਉੱਪਰ ਫਾਲ ਕਰਾਈ ਜਾਂਦੀ ਹੈ ਤਾਂ ਮੈਟਲ ਪੀਸ ਦੇ ਵਿੱਚੋਂ ਇਲੈਕਟ੍ਰੋਨਸ ਨਿਕਲਦੇ हैं, ਇਜੈਕਟ ਆਊਟ ਹੁੰਦੇ हैं, ਜਿਹੜੇ ਕਿ ਡਿਟੈਕਟਰ ਵੱਲ ਜਾ ਕੇ ਕਲੈਕਟ ਹੁੰਦੇ हैं। ਸੋ ਦਿਸ ਫਿਨੋਮੀਨਨ ਇਜ਼ ਨੋਨ ਐਜ਼ ਫੋਟੋ ਇਲੈਕਟ੍ਰਿਕ ਇਫੈਕਟ। ਇਸ ਐਨੀਮੇਸ਼ਨ ਦੀ ਮਦਦ ਨਾਲ ਆਈ ਹੋਪ ਕਿ ਤੁਹਾਨੂੰ ਕੁਝ ਬੈਟਰ ਕਲੈਰਿਟੀ ਹੋ ਗਈ ਹੋਏਗੀ। ਫੋਟੋ ਇਲੈਕਟ੍ਰਿਕ ਇਫੈਕਟ ਉਹਨਾਂ ਮੈਟਲਸ ਦੁਆਰਾ ਬੜੀ ਈਜ਼ੀਲੀ ਸ਼ੋ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ 'ਚ ਨਿਊਕਲੀਅਸ ਦੀ ਪਕੜ ਇਲੈਕਟ੍ਰੋਨਸ ਤੱਕ ਘੱਟ ਹੋਵੇ, ਜਿਵੇਂ ਸੀਜ਼ੀਅਮ, ਰੂਬੀਡੀਅਮ, ਪੋਟੈਸ਼ੀਅਮ। ਇਹਨਾਂ ਦੇ ਵਿੱਚ ਇਲੈਕਟ੍ਰੋਨ ਜਿਹੜਾ ਹੈ ਉਹ ਨਿਊਕਲੀਅਸ ਦੁਆਰਾ ਲੂਜ਼ਲੀ ਹੈਲਡ ਅਪ ਕੀਤਾ ਜਾਂਦਾ ਹੈ। ਸੋ ਜਦੋਂ ਇਹਨਾਂ ਤੇ ਉੱਤੇ ਸੁਟੇਬਲ ਫ੍ਰੀਕੁਐਂਸੀ ਦੀ ਲਾਈਟ ਫਾਲ ਕਰਦੀ ਹੈ ਤਾਂ ਫੋਟੋ ਇਲੈਕਟ੍ਰਿਕ ਇਫੈਕਟ ਇਹ ਸ਼ੋ ਕਰਦੇ ਆ। ਫੋਟੋ ਇਲੈਕਟ੍ਰਿਕ ਇਫੈਕਟ ਦੇ ਐਕਸਪੈਰੀਮੈਂਟ ਦੇ ਵਿੱਚ ਕੁਝ ਆਬਜ਼ਰਵੇਸ਼ਨ ਸਾਇੰਟਿਸਟ ਨੇ ਅਬਜ਼ਰਵ ਕੀਤੀਆਂ ਕ੍ਰਿਟੀਕਲੀ। ਇਹ ਕੀ ਸੀਗੀਆਂ ਕਿ ਪਹਿਲੀ ਚੀਜ਼ ਇਹ ਹੈ ਕਿ ਜਦੋਂ ਲਾਈਟ ਸਟ੍ਰਾਈਕ ਕੀਤੀ ਜਾਂਦੀ ਹੈ ਤੇ ਇਲੈਕਟ੍ਰੋਨ ਇਜੈਕਟ ਹੁੰਦਾ ਹੈ, ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਕੋਈ ਟਾਈਮ ਲੈਗ ਨਹੀਂ ਹੈ। ਮਤਲਬ ਜਿਵੇਂ ਹੀ ਲਾਈਟ ਪਈ as soon as electrons ਨਿਕਲ ਗਏ। So there is no time lag। ਦੂਸਰਾ, ਹਰ ਇੱਕ ਮੈਟਲ ਦੇ ਲਈ ਇੱਕ ਪਾਰਟਿਕੂਲਰ ਘੱਟੋ ਘੱਟ ਫ੍ਰੀਕੁਐਂਸੀ ਆਫ ਲਾਈਟ ਚਾਹੀਦੀ ਹੈ ਇਲੈਕਟ੍ਰੋਨ ਨੂੰ ਇਜੈਕਟ ਕਰਨ ਦੇ ਲਈ। ਇਸ ਮਿਨੀਮਮ ਫ੍ਰੀਕੁਐਂਸੀ ਨੂੰ ਕਿਹਾ ਜਾਂਦਾ ਹੈ ਥ੍ਰੈਸ਼ਹੋਲਡ ਫ੍ਰੀਕੁਐਂਸੀ ਜਾਂ ਨਿਊ ਨॉट ਇਹਨੂੰ ਕਹਿ ਸਕਦੇ ਹਾਂ। ਔਰ ਤੀਸਰੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਜਦੋਂ ਇਜੈਕਟਡ ਇਲੈਕਟ੍ਰੋਨਸ ਦੀ ਕਾਇਨੈਟਿਕ એનર્ਜੀ ਦੇਖੀ ਜਾਂਦੀ ਹੈ ਤਾਂ ਉਹ ਫ੍ਰੀਕੁਐਂਸੀ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਔਰ ਉਹ ਇੰਟੈਂਸਿਟੀ ਤੇ ਡਿਪੈਂਡ ਨਹੀਂ ਕਰਦੀ। ਇਹ ਪੁਆਇੰਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿ ਕਾਇਨੈਟਿਕ એનર્ਜੀ ਆਫ ਇਜੈਕਟਡ ਇਲੈਕਟ੍ਰੋਨ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ frequency of incident radiation and not upon the intensity।
और लास्ट ਜਿਹੜੀ ऑब्जर्वेशन फोटो इलैक्ट्रिक इफेक्ट ਦੇ ਵਿੱਚ ਕੀਤੀ ਗਈ ਸੀ that was कि ਜਿਹੜੇ नंबर ऑफ इलेक्ट्रॉन इजेक्टेड पर सेकंड है ਉਹ इंटेंसिटी ते या ब्राइटनेस ते डिपेंड करते हैं बट दे डू नॉट डिपेंड अपॉन फ्रीक्वेंसी। ਇਹਦਾ मतलब कुल मिला के सम अप करिए ਤਾਂ ਜੇ ਕਿਸੇ ਮੈਟਲ ਸਰਫੇਸ ਦੇ ਉੱਤੇ ਲਾਈਟ ਫਾਲ ਕੀਤੀ ਤੇ ਇਲੈਕਟ੍ਰੋਨ ਇਹਦੇ ਚੋਂ ਇਜੈਕਟ ਆਊਟ ਹੋ ਗਿਆ, ਇਸ ਇਫੈਕਟ ਨੂੰ ਕਹਿੰਦੇ ਆ ਫੋਟੋ ਇਲੈਕਟ੍ਰਿਕ ਇਫੈਕਟ। ਕਿੰਨੇ ਨੰਬਰ ਆਫ ਇਲੈਕਟ੍ਰੋਨ ਨਿਕਲਣਗੇ that depends upon intensity, और इलेक्ट्रॉन निकलेगा या नहीं निकलेगा that depends upon frequency, कि एक घट्टो घट फ्रीक्वेंसी होनी चाहिए है, ठीक है। तो फ्रीक्वेंसी ਜਿਹੜੀ ਹੈ ਉਹ डिसाइड करती है कि इलेक्ट्रॉन निकलेगा या नहीं, ते इंटेंसिटी ये डिसाइड करती है कि किन्ने इलेक्ट्रॉन्स ਜਿਹੜੇ ਹੈ 1 सेकंड ਦੇ ਵਿੱਚ ਨਿਕਲਣਗੇ। ਹੁਣ क्लासिकल लॉज ऑफ फिजिक्स ਜਿਹੜੇ ਸੀ ਉਹ ਇਸ फोटो इलैक्ट्रिक इफेक्ट ਨੂੰ एक्सप्लेन नहीं कर पाए। क्यों? क्योंकि क्लासिकल कंसैप्ट ਦੇ ਮੁਤਾਬਕ यानी वेव थ्योरी ਦੇ ਮੁਤਾਬਕ ਜਿਹੜੀ એનર્ਜੀ ਹੈ रेडिएशन ਦੀ ਉਹ ਉਹਦੀ ਇੰਟੈਂਸਿਟੀ ਤੇ ਡਿਪੈਂਡ ਕਰਦੀ ਹੈ। ਪਰ ਇੱਥੇ ਸਾਨੂੰ ਕਲੀਅਰ ਕੱਟ ਸਮਝ ਆ ਰਿਹਾ ਹੈ ਕਿ એનર્ਜੀ ਜਿਹੜੀ ਹੈ ਉਹ ਫ੍ਰੀਕੁਐਂਸੀ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ। therefore it can be said कि classical theory could not explain black body radiation and photoelectric effect। ਜਿਹੜੇ ਬਲੈਕ ਬॉडी रेडिएशन और फोटो इलैक्ट्रिक इफेक्ट ਦੇ ਵਿੱਚ ਪੁਆਇੰਟਸ ਕਲਾਸਿਕਲ ਵੇਵ ਥਿਊਰੀ ਦੁਆਰਾ ਐਕਸਪਲੇਨ ਨਹੀਂ ਕੀਤੇ ਜਾ ਸਕੇ ਸੀ, ਉਹਨਾਂ ਨੂੰ ਪਲੈਂਕਸ ਕੁਆਂਟਮ ਥਿਊਰੀ ਨੇ ਕੁਝ ਹੈਂਡਲ ਕੀਤਾ। ਪਲੈਂਕ ਕੁਆਂਟਮ ਥਿਊਰੀ ਕਿਹਨੇ ਪ੍ਰਪੋਜ਼ ਕੀਤੀ ਸੀ? ਮੈਕਸ ਪਲੈਂਕ ਨਾਮ ਦੇ ਸਾਇੰਟਿਸਟ ਨੇ, ਜਿਨੇ ਕੁਆਂਟਮ ਥਿਊਰੀ ਆਫ ਰੇਡੀਏਸ਼ਨ ਦੇ ਨਾਮ ਨਾਲ ਪਲੈਂਕਸ ਕੁਆਂਟਮ ਥਿਊਰੀ ਵੀ ਕਹਿੰਦੇ ਆ, ਇਹ ਥਿਊਰੀ ਦਿੱਤੀ ਸੀ ਜਿਸ ਦੇ ਅਨੁਸਾਰ रेडिएंट एनर्जी मतलब जिहड़ी एनर्जी फॉल कर रही है वो ना तो एमिट की जाती है ना एब्जॉर्ब कंटिन्यूअसली। कहने का मतलब ये है कि लगातारता दी शक्ल दे विच रेडिएंट एनर्जी जिहड़ी है वो एमिट या एब्जॉर्ब नहीं हुंदी बल्कि डिसकंटिन्यूअसली हुंदी है इन द फॉर्म ऑफ स्मॉल पैकेट्स ऑफ एनर्जी कॉल्ड क्वांटा। मतलब वेव ऐ सीधी नहीं तुर के जाती बल्कि उनके छोटे छोटे एनर्जी के पैकेट्स होंगे हैं जिन्होंने आप कुछ इस तरीके नाल भी देख सकते हैं। प्लैंक के अकॉर्डिंगली जिहड़ी एनर्जी है वो इस तरीके दे नाल रेडिएशन फॉर्म दे विच ट्रैवल कर रही है, बट वो छोटे छोटे पैकेट्स जिस तरह छोटे छोटे स्फीयर्स तेजी नाल जिहड़े मूव कर रहे हैं, ये एक एक पैकेट नूं कहा जाता है क्वांटम और इन्हां दा प्लूरल हुंदा है क्वांटा। ते जिहड़े विजिबल लाइट दे क्वांटम हुंदे हैं उन्हां नूं आपां कहने हैं फोटोन। सो तुसी इत्थों जिहड़े ये छोटे छोटे डॉट्स दिख रहे हैं दे आर एक्चुअली रिप्रेजेंटिंग द फोटोन्स। प्लैंक्स क्वांटम थ्योरी दा सेकंड पॉइंट है कि अमाउंट ऑफ एनर्जी जो कि किसी क्वांटम दे नाल जुड़ी हुई है दैट इज प्रोपोर्शनल टू फ्रीक्वेंसी ऑफ लाइट। देखो एक फोटोन की जिहड़ी एनर्जी है वो फ्रीक्वेंसी दे डायरेक्टली प्रोपोर्शनल हुंदी है। ते जे असी इस प्रोपोर्शनैलिटी नू इक्वैलिटी च चेंज करते हैं तो सानू एक कांस्टेंट एच दे नाल मल्टीप्लाई करना पैंदा है। एच है प्लैंक्स कांस्टेंट, ये एक यूनिवर्सल कांस्टेंट है, मतलब इनकी वैल्यू चेंज नहीं हुंदी और इस कांस्टेंट की वैल्यू है 6.626 into 10 raised to power minus 34 joule seconds। इनू याद रखना है हमेशा, बहुत ही इंपॉर्टेंट सवाल है। प्लैंक्स कांस्टेंट दी वैल्यू कितनी हुंदी है? 6.6 into 10 raised to power minus 34 joule second। सो एक फोटोन दी एनर्जी कितनी होएगी? h न्यू दे बराबर होएगी, यानी एनर्जी फ्रीक्वेंसी दे डायरेक्टली प्रोपोर्शनल है। थर्ड पॉइंट इज कि जिन्नी टोटल अमाउंट ऑफ एनर्जी है दैट इज एक्चुअली द होल नंबर मल्टीपल ऑफ क्वांटम। मतलब एक पैकेट दी एनर्जी है h न्यू ते n पैकेट्स जिहड़ी है वो टोटल एनर्जी फॉर्म करनगे। सो टोटल एनर्जी दा फार्मूला की बनेगा? नंबर ऑफ पैकेट्स मल्टीप्लाइड बाय प्लैंक्स कांस्टेंट मल्टीप्लाइड बाय फ्रीक्वेंसी। ते जे आपां फ्रीक्वेंसी दी वैल्यू c बाय लैम्डा पुट कर दिन्ने हैं तो साडे कोले एनर्जी दा रिलेशनशिप
ਵੇਵਲੈਂਥ ਦੇ ਨਾਲ ਇਨਵਰਸਲੀ ਪ੍ਰੋਪੋਰਸ਼ਨਲ ਆ ਜਾਂਦਾ ਹੈ। ਇਨਵਰਸਲੀ ਪ੍ਰੋਪੋਰਸ਼ਨਲ मतलब ਜੇ ਫ੍ਰੀਕੁਐਂਸੀ ਇੱਥੋਂ ਦੀ ਦੇਖਦੇ ਹਾਂ ਕਿ ਜੇ ਫ੍ਰੀਕੁਐਂਸੀ ਵੱਧ ਰਹੀ ਹੈ ਤਾਂ એનર્ਜੀ ਵੀ ਵੱਧ ਰਹੀ ਹੈ। ਫ੍ਰੀਕੁਐਂਸੀ ਔਰ એનર્ਜੀ ਦਾ डायरेक्टली प्रोपोर्शनल है और એનર્ਜੀ और वेवलेंथ ਦਾ ਇਨਵਰਸਲੀ ਪ੍ਰੋਪੋਰਸ਼ਨਲ ਹੈ। मतलब ਜੇ ਵੇਵਲੈਂਥ ਵਧੇਗੀ ਤਾਂ એનર્ਜੀ ਘਟੇਗੀ। सो n कैन बी 1 2 3 4 अप टू इंफिनिटी, कुछ भी हो सकता है, पर n कदे भी फ्रैक्शन नहीं हो सकता कि जिस तरह कोई डेसिमल च हो जाए या बटे वाली शक्ल च हो जाए, फ्रैक्शन नहीं हो सकती कदे भी n। हुण जिहड़ा आपां अगला टॉपिक करना है दैट इज एक्सप्लेनेशन ऑफ फोटो इलैक्ट्रिक इफेक्ट यूजिंग प्लैंक्स क्वांटम थ्योरी। प्लैंक क्वांटम थ्योरी ने फोटो इलैक्ट्रिक इफेक्ट नूं किवें एक्सप्लेन किया सी, वो आपां हुण समझना है। पर पहला एक बारी प्लैंक्स क्वांटम थ्योरी दे पॉइंट्स रिवाइज कर लिए कि एनर्जी जिहड़ी है वो कॉन्टिन्यूअसली फ्लो नहीं करती बल्कि डिसकॉन्टिन्यूअसली फ्लो करती है इन फॉर्म ऑफ पैकेट्स। दूसरा सी एक पैकेट यानी कि फोटोन की जिहड़ी एनर्जी है दैट इज डायरेक्टली प्रोपोर्शनल टू फ्रीक्वेंसी, और फॉर्मूला की बनया सी E इज इक्वल टू एच न्यू। और तीसरा पॉइंट है टोटल अमाउंट ऑफ एनर्जी इज इक्वल टू एन एच न्यू। हुण इन्हां तीन पॉइंट्स के बेसिस ते प्लैंक ने फोटो इलैक्ट्रिक इफेक्ट नूं किवें एक्सप्लेन कीता सी। ये बेटा जी एग्जामिनेशन पॉइंट ऑफ व्यू नाल भी काफी ही इंपॉर्टेंट सवाल है, इहनूं हुण आपां समझण दी कोशिश करदे हां। एक्चुअली आइंस्टीन ने ये एक्सप्लेन कीता सी प्लैंक्स क्वांटम थ्योरी दी मदद दे नाल, ठीक है। सो आइंस्टाइन दे अकॉर्डिंगली जदों एक फोटोन स्ट्राइक करता है तो जिहड़ी उनदी एनर्जी है वो दो हिस्सों दे विच डिवाइड हो जाती है। एक हिस्सा तो है बाइंडिंग एनर्जी, दूसरा हिस्सा है काइनेटिक एनर्जी ऑफ इजेक्टेड इलैक्ट्रॉन। इनू दोबारा फिर फोटो इलैक्ट्रिक वाल इफेक्ट दे नाल ही दोबारा रिलेट करके समझते हैं डायग्राम दे विचों दी। ध्यान दे नाल देखो कि इलैक्ट्रॉन मैटल सरफेस दे विच बाइंड होया पिया, जदों कोई रेडिएशन इंसीडेंट हुई इंदे उत्ते फॉल कीती तो उस रेडिएशन कोले एच न्यू एनर्जी है। हुण इलैक्ट्रॉन एच न्यू नॉट एनर्जी दे नाल मैटल दे विच बन्निया बैठा है। एच न्यू दे विचों एक हिस्सा एच न्यू नॉट वो तो इलैक्ट्रॉन नूं नॉकआउट करन इजैक्ट आउट करन दे विच ही लग जाएगा, ते जिहड़ा बाकी हिस्सा है जिहड़ा ये इलैक्ट्रॉन निकलिया है इस इलैक्ट्रॉन दी काइनेटिक एनर्जी दी शक्ल दे विच हो इस नूं मिल जाएगा। सो आपां इस फॉर्मूले नूं दोबारा अंडरस्टैंड करते हैं। एनर्जी ऑफ स्ट्राइकिंग फोटोन मतलब जिहड़ी रेडिएशन फॉल कर रही है उसदी एनर्जी। बाइंडिंग एनर्जी मतलब इलैक्ट्रॉन जिन्नी एनर्जी दे नाल मैटल सरफेस च बाइंड होया होया, प्लस जदों इलैक्ट्रॉन इजेक्ट हो गया तो उन्होंने कितनी काइनेटिक एनर्जी मिलेगी। सो फॉर्मुलेशन दे अकॉर्डिंगली एच न्यू इज इक्वल टू एच न्यू नॉट प्लस हाफ एम वी स्क्वायर। एच न्यू दे विचों जे एच न्यू नॉट घटा दिए तो हाफ एम वी स्क्वायर आ जाता है। तो इत्थों आपां नूं ये पता लग जाएगा कि इजेक्ट होने वाले इलैक्ट्रॉन दी काइनेटिक एनर्जी कितनी होएगी। जे आपां ब्रॉडली कहिए मोटे तौर ते कहिए तो थ्रैशहोल्ड फ्रीक्वेंसी किहड़ी होई कि वो घट्टो घट फ्रीक्वेंसी जिहड़ी इलैक्ट्रॉन नूं इजैक्ट करन लई चाहीदी है। मतलब जिहड़ी न्यू है दैट शुड बी मोर दैन न्यू नॉट। न्यू नॉट की है थ्रैशहोल्ड फ्रीक्वेंसी, जिन्नी घट्टो घट फ्रीक्वेंसी चाहीदी है तो इंसीडेंट रेडिएशन जिहड़ी है उनकी फ्रीक्वेंसी न्यू नॉट तो ज्यादा होनी चाहिए है। दूसरी चीज जिन्हों आपां बाइंडिंग एनर्जी कहने हैं उन्होंने वर्क फंक्शन का नाम भी दिता जाता है। बाइंडिंग एनर्जी की हुंदी है मिनिमम एनर्जी जिहड़ी रिक्वायर्ड हुंदी है इलैक्ट्रॉन नूं जस्ट इजैक्ट करन दे विच, मतलब मैटल सरफेस दे विचों जस्ट उहनूं खिच के बाहर कड्ढन दे लई जिहड़ी एनर्जी चाहिदी है दैट इज बाइंडिंग एनर्जी। और इहनूं आपां एच न्यू नॉट भी कह दिंदे हैं। सो अपने कोले हुण एक फॉर्मूला आ जाता है एच न्यू इज इक्वल टू एच न्यू नॉट प्लस हाफ एम वी स्क्वायर। हुण कुछ फैक्ट्स इत्थों दी कंक्लूड किए जा सकते हैं। सोच के देखो कि जे न्यू मतलब गिरन वाली जिहड़ी रेडिएशन है उनकी फ्रीक्वेंसी न्यू नॉट तो घट है फिर तो कोई इलैक्ट्रॉन इजैक्ट ही नहीं होएगा। ते जदों फ्रीक्वेंसी ज्यादा है न्यू नॉट तो तां ही इलैक्ट्रॉन इजैक्ट होणगे। ते जे आपां इंटेंसिटी वधा दिंने हैं
मतलब बहुत ज्यादा नंबर ऑफ फोटोन्स एक सेकंड च स्ट्राइक कर रहे हैं। जे इंटेंसिटी ਵਧਾਤੀ फोटोन्स ਦੀ ਗਿਣਤੀ ਵਧਾਤੀ ਤਾਂ ਮੋਰ ਨੰਬਰ ਆਫ ਇਲੈਕਟ੍ਰॉन्स ਨਿਕਲਣਗੇ, ਪਰ ਉਹਨਾਂ ਦੀ ਕਾਇਨੈਟਿਕ એનર્ਜੀ ਤੇ ਕੋਈ ਚੇਂਜ ਨਹੀਂ ਆਊਗਾ, ਕਿਉਂਕਿ ਆਪਾਂ ਨੂੰ ਪਤਾ ਹੈ ਜਿਹੜੀ એનર્ਜੀ ਹੈ ਉਹ ਫ੍ਰੀਕੁਐਂਸੀ ਤੇ ਡਿਪੈਂਡ ਕਰਦੀ ਹੈ, ਨਾ ਕਿ ਇੰਟੈਂਸਿਟੀ ਤੇ। ਸੋ ਇਸ ਤਰੀਕੇ ਦੇ ਨਾਲ ਅਸੀਂ ਇੱਕ ਕਨਕਲੂਜਨ ਤੇ ਪਹੁੰਚੇ ਕਿ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਜਿਹੜੀਆਂ ਉਹਨਾਂ ਦੀ ਡਿਊਅਲ ਨੇਚਰ ਹੁੰਦੀ ਹੈ। ਡਿਊਅਲ ਨੇਚਰ मतलब ਦੋਗਲੀ ਨੇਚਰ ਹੁੰਦੀ ਹੈ। ਦੋਗਲੀ ਨੇਚਰ ਦਾ मतलब ਕੀ ਹੋਇਆ ਕਿ ਜਿਹੜੇ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਹੈ ਨਾ, ਇਹ ਵੇਵ ਤਰ੍ਹਾਂ ਵੀ ਬਿਹੇਵ ਕਰਦੇ ਆ ਤੇ ਪਾਰਟੀਕਲ ਤਰ੍ਹਾਂ ਵੀ ਬਿਹੇਵ ਕਰਦੇ ਆ। ਹੁਣ ਵੇਵ ਤਰ੍ਹਾਂ ਕਿਵੇਂ ਬਿਹੇਵ ਕਰਦੇ ਆ, ਆਪਾਂ ਛੋਟੀਆਂ ਕਲਾਸਿਸ ਦੇ ਵਿੱਚ ਰਿਫਲੈਕਸ਼ਨ, ਰਿਫਰੈਕਸ਼ਨ, ਡਿਫਰੈਕਸ਼ਨ, ਇਹ ਸਾਰੀਆਂ ਜਿਹੜੇ ਫਿਨੋਮੀਨਾ ਪੜ੍ਹੇ ਹੈ ਇਹ ਵੇਵ ਨੇਚਰ ਦੁਆਰਾ ਐਕਸਪਲੇਨ ਕੀਤੇ ਜਾਂਦੇ ਆ। ਪਰ ਜਿਹੜੇ ਫੋਟੋ ਇਲੈਕਟ੍ਰਿਕ ਇਫੈਕਟ ਹੈ ਜਾਂ ਬਲੈਕ ਬਾਡੀ ਰੇਡੀਏਸ਼ਨ ਵਰਗੇ ਫਿਨੋਮੀਨਾ ਹੈ, ਇਹ ਪਾਰਟੀਕਲ ਨੇਚਰ ਨਾਲ ਐਕਸਪਲੇਨ ਕੀਤੇ ਜਾਂਦੇ ਆ। ਸੋ ਆਇਨਸਟਾਈਨ ਨੇ ਸੁਜੈਸਟ ਕੀਤਾ ਸੀ ਕਿ ਜਿਹੜੀ ਲਾਈਟ ਹੈ ਉਹ ਦੋਨੋਂ ਤਰ੍ਹਾਂ ਹੀ ਬਿਹੇਵ ਕਰਦੀ ਹੈ, ਪਾਰਟੀਕਲ ਦੀ ਤਰ੍ਹਾਂ ਵੀ ਤੇ ਇੱਕ ਵੇਵ ਦੀ ਤਰ੍ਹਾਂ ਵੀ। ਇਸ ਐਨੀਮੇਟਡ ਇਮੇਜ ਦੀ ਮਦਦ ਦੇ ਨਾਲ ਤੁਸੀਂ ਇਹ ਦੇਖ ਸਕਦੇ ਹੋ ਕਿ ਦਿਸ ਇਜ਼ ਰਿਪਰੈਜ਼ੈਂਟਿੰਗ ਦ ਫੋਟੋਨ ਜਾਂ ਕੋਈ ਵੀ ਮਟੀਰੀਅਲ ਪਾਰਟੀਕਲ ਹੈ, ਪਰ ਉਹ ਇੰਨੀ ਤੇਜ਼ੀ ਨਾਲ ਮੂਵ ਕਰ ਰਿਹਾ ਹੈ ਕਿ ਉਹਦੀ ਜਿਹੜੀ ਮੋਸ਼ਨ ਹੈ ਉਹ ਵੇਵ ਨੇਚਰ ਹੈ, ਪਰ ਉਹ ਹੈ ਇੰਨਾ ਮਾਸ ਵੀ ਹੋਏਗਾ। ਸੋ ਦਿਸ ਬਿਹੇਵਸ ਐਜ਼ ਅ ਪਾਰਟੀਕਲ ਆਲਸੋ। ਸੋ ਡਿਊਅਲ ਨੇਚਰ ਆਫ ਮੈਟਰ ਦਾ ਮਤਲਬ ਇਹ ਹੈ ਕਿ ਜਦੋਂ ਕੋਈ ਮਾਈਕਰੋਸਕੋਪਿਕ ਪਾਰਟੀਕਲ ਬਹੁਤ ਤੇਜ਼ੀ ਦੇ ਨਾਲ ਮੂਵ ਕਰ ਰਿਹਾ ਹੈ ਉਹ ਪਾਰਟੀਕਲ, ਪਰ ਜਦੋਂ ਮੋਸ਼ਨ ਚ ਹੁੰਦਾ ਹੈ ਤਾਂ ਉਦੋਂ ਉਹ ਵੇਵ ਕਰੈਕਟਰ ਐਗਜ਼ਿਬਿਟ ਕਰਦਾ ਹੈ। ਸੋ ਇਹਦੇ ਨਾਲ ਆਪਾਂ ਨੂੰ ਡੁਐਲਿਟੀ ਆਫ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਬੈਟਰ ਸਮਝ ਆ ਜਾਂਦੀ ਹੈ। ਉਮੀਦ ਹੈ ਬੇਟਾ ਕਿ ਤੁਹਾਨੂੰ ਇਹ ਡੁਐਲਿਟੀ ਆਫ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਟੌਪਿਕ ਅੱਛੇ ਤਰੀਕੇ ਨਾਲ ਸਮਝ ਆਇਆ ਹੋਵੇਗਾ। ਥੈਂਕ ਯੂ। ਨੋਟਸ ਬੇਟਾ ਤੁਸੀਂ ਡਿਸਕ੍ਰਿਪਸ਼ਨ ਬਾਕਸ ਚੋਂ ਲੈ ਸਕਦੇ ਹੋ। Thank you very much. Like, share, subscribe and click the bell icon for more updates.